प्यारे विद्यार्थियों, मैं कुलदीप सिंह पंजाबी लैक्चरर तुहाडा स्वागत करदा हाँ व्याकरण की इस जमात दे विच। अज असी पढ़न जा रहे हाँ धुनी दे बारे। धुनी की जान पछाण करांगे। धुनी है कि धुनी की परिभाषा पढ़ांगे। धुनियां की वंड किवें कीती जांदी है, उस वंड का आधार की है, उस दे बारे जाणांगे। उन्हां धुनियां की वरतों शब्दां दे विच वाकां दे विच किवें हुंदी है, किहड़ी धुनी की वंड किस अनुसार की गई, इसनूं असीं अखीर दे विच उदाहरणां दे नाल समझांगे। तो सब तो पहलां असीं देखदे हां कि धुनी है की। धुनी जिन्हों हिंदी दे विच असीं दवनी कह लैंदे हां, भाव धुनी तो भाव है आवाज़। मनुख दे संघ चों, मनुख दे मुख चों जो आवाज़ां निकलदियां हन उन्हां नूं ही धुनी कहा जांदा है। जिवें साडे कोल परिभाषा लिखी हुई है, मनुख दे मूँह चों निकलण वालीआं आवाज़ां नूं धुनी कहा जांदा है, धवनी कहा जांदा है। ਉਹ ਧੁਨੀਆਂ ਜਦੋਂ ਕੋਈ ਪੰਜਾਬੀ ਭਾਸ਼ਾ ਦਾ ਬੁਲਾਰਾ ਬੋਲਦਾ ਹੈ ਤਾਂ ਅਸੀਂ ਉਸ ਨੂੰ ਪੰਜਾਬੀ ਧੁਨੀਆਂ ਕਹਿ ਲੈਂਦੇ ਹਾਂ। ਜਿਵੇਂ ਆਹ ਆਪਣੇ ਕੋਲ ਉਦਾਹਰਨ ਲਿਖੇ ਹੋਏ ਹੈ, ਆਪਣੇ ਕੋਲ ਇੱਕ ਸ਼ਬਦ ਲਿਖਿਆ ਹੋਇਆ ਹੈ ਰਾਮ। ਰਾਮ ਦੇ ਵਿੱਚ ਆ ਸਾਰੀਆਂ ਹੀ ਧੁਨੀਆਂ ਕੰਮ ਕਰਦੀਆਂ ਹਨ। ਰਾਰਾ ਤੇ ਨਾਲ ਉਹਦੇ ਆ ਜੁੜ ਕੇ ਆਉਂਦਾ ਹੈ, ਫਿਰ ਮੈਂ ਜੁੜ ਕੇ ਆਉਂਦਾ ਹੈ, ਫਿਰ ਇਹ ਰਾਮ ਸ਼ਬਦ ਬਣਦਾ ਹੈ। ਇਹ ਸਾਰੀਆਂ ਧੁਨੀਆਂ ਮਿਲ ਕੇ ਰਾਮ ਸ਼ਬਦ ਬਣਾਉਂਦੀਆਂ ਹਨ। ਇਸੇ ਤਰੀਕੇ ਨਾਲ ਸਾਡੇ ਕੋਲ ਹੋਰ ਸ਼ਬਦ ਲਿਖਿਆ ਹੋਇਆ ਹੈ ਪੁਸਤਕ, ਪੱਪਾ, ਫਿਰ ਇਸ ਨੂੰ ਆਪਾਂ ਔਂਕੜ ਦੀ ਮਾਤਰਾ ਲਾਉਣੇ ਹਾਂ, ਯਾਨੀ ਕਿ ਊ ਦੀ ਧੁਨੀ ਜੁੜੀ ਹੁੰਦੀ ਹੈ ਵਿੱਚ, ਨਾਲ ਸੱਸਾ, ਤੱਤਾ, ਕੱਕਾ। ਇਹ ਸਾਰੀਆਂ ਧੁਨੀਆਂ ਮਿਲ ਕੇ ਪੁਸਤਕ ਸ਼ਬਦ ਦੀ ਬਣਾਵਟ ਬਣਾਉਂਦੀਆਂ ਹਨ। ਤਾਂ ਸਾਡੇ ਕੋਲ ਇਹ ਸਾਰੀਆਂ ਧੁਨੀਆਂ ਹਨ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦਾ ਬੁਲਾਰਾ ਬੋਲਦਾ ਹੋਇਆ ਸ਼ਬਦਾਂ ਦੀ ਰਚਨਾ ਕਰਦਾ ਹੈ। ਇਹਨਾਂ ਧੁਨੀਆਂ ਦੇ ਬਾਰੇ ਅਸੀਂ ਅੱਗੇ ਚੱਲ ਕੇ ਇੱਕ ਇੱਕ ਕਰਕੇ ਗੱਲ ਕਰਦੇ ਹਾਂ। ਇਹ ਧੁਨੀਆਂ ਕਿਵੇਂ ਘਟਦੀਆਂ ਹਨ, ਇਹਨਾਂ ਦੀ ਉਤਪਤੀ ਕਿਵੇਂ ਹੁੰਦੀ ਹੈ। ਜਿਵੇਂ ਮੈਂ ਤੁਹਾਡੇ ਨਾਲ ਹੁਣ ਗੱਲ ਕਰ ਰਿਹਾ ਹਾਂ ਤਾਂ ਮੈਂ ਧੁਨੀਆਂ ਦਾ ਉਚਾਰ ਕਰ ਰਿਹਾ ਹਾਂ, ਉਚਾਰਨ ਕਰ ਰਿਹਾ ਹਾਂ। ਫਿਰ ਇਸ ਦਾ ਸੰਚਾਰ ਹੁੰਦਾ ਹੈ ਜਿਹੜਾ ਕਿ ਭੌਤਿਕ ਵਿਗਿਆਨ ਦੇ ਨਾਲ ਸੰਬੰਧ ਰੱਖਦਾ ਹੈ। ਇਸ ਦਾ ਭਾਸ਼ਾ ਵਿਗਿਆਨ ਦੇ ਨਾਲ ਕੋਈ ਸੰਬੰਧ ਨਹੀਂ ਹੈ। ਜੋ ਧੁਨੀਆਂ ਮੈਂ ਉਚਾਰ ਕਰ ਰਿਹਾ ਹਾਂ, ਉਚਾਰਨ ਕਰ ਰਿਹਾ ਹਾਂ, ਜਿਨ੍ਹਾਂ ਧੁਨੀਆਂ ਦਾ, ਉਹ ਤੁਹਾਡੇ ਕੰਨਾਂ ਤੱਕ ਭੌਤਿਕ ਵਿਗਿਆਨ ਦੇ ਰਾਹੀਂ ਪਹੁੰਚਦੀਆਂ ਹਨ। ਤਾਂ ਇਹ ਜੋ ਹੈ ਇਹ ਸਾਡੇ ਨਾਲ ਸਿੱਧਾ ਸੰਬੰਧ ਨਹੀਂ ਰੱਖਦਾ, ਲੇਕਿਨ ਭੌਤਿਕ ਵਿਗਿਆਨ ਦੇ ਅਨੁਸਾਰ ਕਿ ਧੁਨੀਆਂ ਦਾ ਸੰਚਾਰ ਹੁੰਦਾ ਹੈ, ਫਿਰ ਉਹ ਸਰੋਤੇ ਦੇ ਕੰਨਾਂ ਤੱਕ ਪਹੁੰਚਦੀਆਂ ਹਨ। ਜਿਵੇਂ ਹੁਣ ਮੈਂ ਬੋਲਿਆ, ਇਹਨਾਂ ਧੁਨੀਆਂ ਦਾ ਉਚਾਰ ਹੋਇਆ ਅਤੇ ਤੁਹਾਡੇ ਕੰਨਾਂ ਤੱਕ ਇਹ ਧੁਨੀਆਂ ਪਹੁੰਚੀਆਂ, ਯਾਨੀ ਕਿ ਤੁਸੀਂ ਉਹਨਾਂ ਨੂੰ ਸ਼ਰਵਣ ਕਰਿਆ, ਸੁਣਿਆ। ਤਾਂ ਇਹ ਧੁਨੀ ਦੇ ਤਿੰਨ ਪੱਧਰ ਹਨ। ਪਹਿਲਾ ਉਚਾਰ, ਫਿਰ ਉਸ ਦਾ ਸੰਚਾਰ ਹੁੰਦਾ ਹੈ, ਅਤੇ ਤੀਜਾ ਤੁਸੀਂ ਉਸ ਨੂੰ ਸੁਣਦੇ ਹੋਏ ਸ਼ਰਵਣ ਕਰਦੇ ਹੋ, ਤੁਹਾਡੇ ਕੰਨਾਂ ਤੱਕ ਉਹ ਧੁਨੀਆਂ ਪਹੁੰਚਦੀਆਂ ਹਨ। ਹੁਣ ਅਸੀਂ ਦੇਖਦੇ ਹਾਂ ਕਿ ਭਾਸ਼ਾ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਧੁਨੀਆਂ ਨੂੰ ਕਿਵੇਂ ਵੰਡਿਆ ਜਾਂਦਾ ਹੈ। ਇੱਕ ਹੁੰਦੀਆਂ ਹਨ ਸਵਰ ਧੁਨੀਆਂ ਅਤੇ ਦੂਜੀਆਂ ਹੁੰਦੀਆਂ ਹਨ ਵਿਅੰਜਨ ਧੁਨੀਆਂ, ਜਿਨ੍ਹਾਂ ਦੇ ਬਾਰੇ ਅਸੀਂ ਅੱਗੇ ਗੱਲ ਕਰਦੇ ਹਾਂ ਕਿ ਸਵਰ ਧੁਨੀਆਂ ਕਿਹੜੀਆਂ ਹਨ ਅਤੇ ਵਿਅੰਜਨ ਧੁਨੀਆਂ ਕਿਹੜੀਆਂ ਹਨ। ਸਭ ਤੋਂ ਪਹਿਲਾਂ ਅਸੀਂ ਸਵਰ ਧੁਨੀਆਂ ਦੀ ਗੱਲ ਕਰਾਂਗੇ। ਸਵਰ ਧੁਨੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਦੇ ਵਿੱਚ ਸਾਡੇ ਕਿਸੇ ਵੀ ਅੰਗ ਦੇ ਰਾਹੀਂ ਰੋਕ ਨਹੀਂ ਪਾਈ ਜਾਂਦੀ, ਯਾਨੀ ਕਿ ਉਹਨਾਂ ਦਾ ਉਚਾਰਨ ਸਿੱਧਾ ਹੀ ਹੋ ਜਾਂਦਾ ਹੈ, ਉਹਨਾਂ ਨੂੰ ਕਿਸੇ ਵੀ ਅੰਗ ਤੋਂ ਰੋਕਿਆ ਨਹੀਂ ਜਾਂਦਾ। ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸਵਰ ਧੁਨੀਆਂ। ਉਹਨਾਂ ਦੀ ਜਿਹੜੀ ਹਵਾ ਨਿਕਲਦੀ ਹੈ ਸਾਡੇ ਫੇਫੜਿਆਂ ਦੇ ਵਿੱਚੋਂ, ਉਹਨਾਂ ਨੂੰ ਬੇਰੋਕ ਗਤੀ ਦੇ ਨਾਲ ਉਚਾਰਿਆ ਜਾਂਦਾ ਹੈ। ਉਹ ਹਵਾ ਬੇਰੋਕ ਬਾਹਰ ਨਿਕਲਦੀ ਹੈ, ਉਸ ਦੀ ਕਿਸੇ ਵੀ ਥਾਂ ਦੇ ਉੱਤੇ ਰੋਕ ਨਹੀਂ ਪਾਈ ਜਾਂਦੀ। ਤਾਂ ਉਹ ਧੁਨੀਆਂ ਦੀ ਗਿਣਤੀ ਕਿੰਨੀ ਹੈ? ਸਵਰ ਧੁਨੀਆਂ ਦੀ ਗਿਣਤੀ ਹੈ ਕੁੱਲ 10। ਅਤੇ ਉਹ ਕਿਹੜੀਆਂ ਹਨ ਧੁਨੀਆਂ? ਸਵਰ ਧੁਨੀਆਂ, ਜਿਵੇਂ ਤੁਸੀਂ ਵਰਨਮਾਲਾ ਦੇਖਦੇ ਹੋ ਤਾਂ ਵਰਨਮਾਲਾ ਹੈ ਜਿਹੜੀ ਉਹ ਊੜੇ ਤੋਂ ਸਟਾਰਟ ਹੁੰਦੀ ਹੈ ਅਤੇ ਉਹਦਾ ਦੂਜਾ ਵਰਨ ਹੈ ਐੜਾ, ਤੀਜਾ ਈੜੀ। ਇਹਨਾਂ ਹੀ ਤਿੰਨ ਵਰਨਾਂ ਤੋਂ ਇਹ 10 ਸਵਰ ਧੁਨੀਆਂ ਬਣਦੀਆਂ ਹਨ। ਆ ਜੋ ਤੁਸੀਂ 10 ਸਵਰ ਧੁਨੀਆਂ ਇੱਥੇ ਲਿਖੀਆਂ ਹੋਈਆਂ ਦੇਖ ਰਹੇ ਹੋ, ਇਹ ਇਹਨਾਂ ਤਿੰਨ ਵਰਨਾਂ ਤੋਂ ਬਣਦੀ ਹੈ। ਜਿਹੜੀ ਵਰਨਮਾਲਾ ਹੈ ਉਹਨਾਂ ਦੇ ਵਿੱਚ ਤਾਂ ਇਹ ਤਿੰਨ ਹੀ ਵਰਨ ਦਿਖਾਏ ਜਾਂਦੇ ਹੈ। ਇਹਨਾਂ ਤਿੰਨ ਵਰਨਾਂ ਤੋਂ ਅੱਗੇ ਚੱਲ ਕੇ ਇਹਨਾਂ ਸਵਰ ਧੁਨੀਆਂ ਦੀ ਬਣਾਵਟ ਬਣਦੀ ਹੈ। ਉੱਥੇ ਇਹਨਾਂ ਨੂੰ ਸਵਰ ਵਾਹਕ ਕਿਹਾ ਜਾਂਦਾ ਹੈ। ਇਹ ਹਿੰਦੀ ਭਾਸ਼ਾ ਦੇ ਨਾਲੋਂ ਇੱਕ ਵੱਖਰੀ ਗੱਲ ਹੈ ਕਿ ਉੱਥੇ ਸਾਰੇ ਸਵਰ ਨਹੀਂ ਦਿੱਤੇ ਹੋਏ, ਕੇਵਲ ਆਪਾਂ ਨੂੰ ਉੱਥੇ ਮਾਤਰ ਸਵਰ ਵਾਹਕ ਦਿੱਤੇ ਹੋਏ ਹੈ।
ਤੇ ਇਹਨਾਂ 3 ਸਵਰ ਵਾਹਕ ਤੋਂ ਇਹ 10 ਸਵਰ ਧੁਨੀਆਂ ਬਣਦੀਆਂ ਹਨ। ਐ, ਆ, ਈ, ਊ, ਊ, ਏ, ऐ, ਓ, ਔ। ਇਹ 10 ਸਵਰ ਧੁਨੀਆਂ ਹਨ। ਜੇ ਤੁਸੀਂ ਇਹਨਾਂ ਨੂੰ ਹਿੰਦੀ ਦੇ ਨਾਲ ਤੁਲਨਾ ਕਰਦੇ ਹੋਏ ਪੜ੍ਹਨਾ ਹੈ ਤਾਂ ਇਸ ਨੂੰ ਅਸੀਂ ਐ ਕਹਿ ਸਕਦੇ ਹਾਂ, ਇਸ ਨੂੰ ਆ ਕਹਿ ਸਕਦੇ ਹਾਂ। ਆਹ ਜੋ ਹਿੰਦੀ ਦੇ ਵਿੱਚ ਤੁਸੀਂ ਛੋਟੀ ਈ ਕਹਿੰਦੇ ਹੋ, ਇਹ ਵੱਡੀ ਈ, ਇਹ ਊ ਤੇ ਇੱਥੇ ਊ, ਇਹ ਏ ਤੇ ऐ, ਓ ਤੇ ਔ। ਇਹ 10 ਸਵਰ ਧੁਨੀਆਂ ਹਨ। ਅੱਗੇ ਅਸੀਂ ਕਰਾਂਗੇ ਵਿਅੰਜਨ ਧੁਨੀਆਂ ਦੀ ਗੱਲ। ਅੱਗੇ ਅਸੀਂ ਇਹਨਾਂ ਸਵਰ ਧੁਨੀਆਂ ਦੀ ਉਚਾਰਨ ਦੇ ਆਧਾਰ ਤੇ ਜੋ ਵੰਡ ਕੀਤੀ ਜਾਂਦੀ ਹੈ ਉਸ ਦੇ ਬਾਰੇ ਗੱਲ ਕਰਾਂਗੇ ਕਿ ਇਹ ਜੋ 10 ਸਵਰ ਧੁਨੀਆਂ ਸੀ ਸਾਡੇ ਕੋਲ, ਇਹਨਾਂ ਨੂੰ ਉਚਾਰਨ ਦੇ ਵਿੱਚ ਜੋ ਸਮਾਂ ਲੱਗਦਾ ਹੈ ਉਸ ਦੇ ਆਧਾਰ ਤੇ ਇਹਨਾਂ ਦੀ ਵੰਡ ਹੈ ਜਿਹੜੀ ਉਹ ਲਘੂ ਤੇ ਦੀਰਘ ਸਵਰਾਂ ਦੇ ਵਿੱਚ ਕੀਤੀ ਜਾਂਦੀ ਹੈ। ਯਾਨੀ ਕਿ ਜਿਨ੍ਹਾਂ ਨੂੰ ਉਚਾਰਨ ਦੇ ਵਿੱਚ ਘੱਟ ਸਮਾਂ ਲੱਗਦਾ ਹੈ, ਥੋੜਾ ਸਮਾਂ ਲੱਗਦਾ ਹੈ, ਉਹਨਾਂ ਨੂੰ ਤਾਂ ਅਸੀਂ ਲਘੂ ਹਿਰਸਵ ਸਵਰ ਕਹਿੰਦੇ ਹਾਂ, ਤੇ ਜਿਨ੍ਹਾਂ ਨੂੰ ਉਚਾਰਨ ਦੇ ਵਿੱਚ ਇਹਨਾਂ ਧੁਨੀਆਂ ਤੋਂ ਲਗਭਗ ਦੁੱਗਣਾ ਸਮਾਂ ਲੱਗਦਾ ਹੈ ਉਹਨਾਂ ਨੂੰ ਅਸੀਂ ਦੀਰਘ ਸਵਰ ਧੁਨੀਆਂ ਕਹਿੰਦੇ ਹਾਂ। ਜਿਵੇਂ ਕਿ ਇਹ 3 ਜਿਹੜੀਆਂ ਸਵਰ ਧੁਨੀਆਂ ਹਨ, ਪਹਿਲੀਆਂ ਐ, ਈ ਤੇ ਊ, ਇਹ ਇਹਨਾਂ ਦੇ ਉਚਾਰਨ ਦੇ ਵਿੱਚ ਸਮਾਂ ਹੈ ਜਿਹੜਾ ਉਹ ਘੱਟ ਲੱਗਦਾ ਹੈ, ਤਾਂ ਇਹਨਾਂ ਨੂੰ ਅਸੀਂ ਲਘੂ ਸਵਰ ਕਹਿੰਦੇ ਹਾਂ। ਜਦੋਂ ਕਿ ਜਿਹੜੇ ਸਾਡੇ ਕੋਲ ਆ 7 ਸਵਰ ਹਨ, ਇਹਨਾਂ ਨੂੰ ਉਚਾਰਨ ਦੇ ਵਿੱਚ ਇਹਨਾਂ ਦੇ ਉਚਾਰਨ ਦੇ ਨਾਲੋਂ ਲਗਭਗ ਦੁੱਗਣਾ ਸਮਾਂ ਲੱਗਦਾ ਹੈ, ਇਸ ਲਈ ਇਹਨਾਂ ਨੂੰ ਅਸੀਂ ਦੀਰਘ ਸਵਰ ਕਹਿੰਦੇ ਹਾਂ। ਜਿਵੇਂ ਅਸੀਂ ਐ ਬੋਲਦੇ ਹਾਂ ਤਾਂ ਐ ਬੋਲਣ ਦੇ ਨਾਲੋਂ ਆ ਬੋਲਣ ਦੇ ਵਿੱਚ ਲਗਭਗ ਦੁੱਗਣਾ ਸਮਾਂ ਲੱਗਦਾ ਹੈ, ਤਾਂ ਇਹ ਲਘੂ ਸਵਰ ਤੇ ਇਹ ਦੀਰਘ ਸਵਰ। ਜਿਵੇਂ ਸਾਡੇ ਕੋਲ ਲਘੂ ਸਵਰ 3 ਹਨ ਤੇ ਬਾਕੀ ਬਚਦੇ ਜਿਹੜੇ 7 ਸਵਰ ਹਨ ਉਹ ਦੀਰਘ ਸਵਰ ਹਨ। ਇਹ ਸਮੇਂ ਦੇ ਆਧਾਰ ਤੇ, ਯਾਨੀ ਕਿ ਉਚਾਰਨ ਦੇ ਵਿੱਚ ਜੋ ਸਮਾਂ ਲੱਗਦਾ ਹੈ ਇਹਨਾਂ ਨੂੰ, ਉਸ ਦੇ ਆਧਾਰ ਤੇ ਵੰਡ ਕੀਤੀ ਗਈ ਹੈ ਲਘੂ ਸਵਰ ਤੇ ਦੀਰਘ ਸਵਰ। ਹੁਣ ਸਾਡੇ ਲਈ ਪ੍ਰਸ਼ਨ ਕੀ ਹੋ ਸਕਦਾ ਹੈ? ਉਹ ਇਹ ਹੋ ਸਕਦਾ ਹੈ ਕਿ ਇਹਨਾਂ ਦੇ ਵਿੱਚੋਂ ਕੋਈ 3 ਦੇ ਕੇ ਤੇ ਇੱਕ ਹੋਰ ਦੂਜੀ ਧੁਨੀ ਦੇ ਕੇ ਸਾਡੇ ਤੋਂ ਪੁੱਛਿਆ ਜਾਵੇ ਕਿ ਕਿਹੜੀ ਧੁਨੀ ਲਘੂ ਸਵਰ ਹੈ, ਕਿਹੜੀ ਦੀਰਘ ਸਵਰ ਹੈ। ਜੇ ਅਸੀਂ ਇਸ ਦੇ ਬਾਰੇ ਜਾਣਦੇ ਹੋਵਾਂਗੇ, ਸਾਨੂੰ ਇਹਨਾਂ ਦੀ ਪਛਾਣ ਹੋਊਗੀ, ਤਾਂ ਅਸੀਂ ਉਸ ਪ੍ਰਸ਼ਨ ਨੂੰ ਚੰਗੇ ਤਰੀਕੇ ਦੇ ਨਾਲ ਹੱਲ ਕਰ ਸਕਦੇ ਹਾਂ। ਹੁਣ ਅਸੀਂ ਵਿਅੰਜਨ ਧੁਨੀਆਂ ਦੀ ਗੱਲ ਕਰਾਂਗੇ। ਜਿਵੇਂ ਅਸੀਂ ਸਵਰ ਧੁਨੀਆਂ ਦੇ ਵਿੱਚ ਪੜ੍ਹਿਆ ਸੀਗਾ ਕਿ ਉਹ ਧੁਨੀਆਂ ਜਿਨ੍ਹਾਂ ਨੂੰ ਉਚਾਰਨ ਵੇਲੇ ਸਾਡੇ ਉਚਾਰਨ ਅੰਗਾਂ ਵੱਲੋਂ ਕੋਈ ਰੋਕ ਨਹੀਂ ਪਾਈ ਜਾਂਦੀ, ਉਹਨਾਂ ਨੂੰ ਅਸੀਂ ਸਵਰ ਧੁਨੀਆਂ ਕਹਿੰਦੇ ਹਾਂ। ਪਰ ਇੱਥੇ ਉਸ ਦਾ ਉਲਟਾ ਹੈ, ਜਿਨ੍ਹਾਂ ਨੂੰ ਉਚਾਰਨ ਵੇਲੇ ਜਿਹੜੇ ਸਾਡੇ ਉਚਾਰਨ ਅੰਗ ਹੈ ਉਹ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਥਾਂ ਤੋਂ ਰੋਕ ਪਾਉਂਦੇ ਹਨ, ਉਹਨਾਂ ਦੇ ਉੱਤੇ ਰੋਕ ਲੱਗਦੀ ਹੈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵਿਅੰਜਨ ਧੁਨੀਆਂ। ਉੱਥੇ ਸਾਡੇ ਉਚਾਰਨ ਅੰਗਾਂ ਦੁਆਰਾ ਰੋਕ ਨਹੀਂ ਪਾਈ ਜਾਂਦੀ, ਇੱਥੇ ਕਿਸੇ ਨਾ ਕਿਸੇ ਉਚਾਰਨ ਅੰਗ ਦੁਆਰਾ ਰੋਕ ਪਾਈ ਜਾਂਦੀ ਹੈ ਤੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵਿਅੰਜਨ ਧੁਨੀਆਂ। ਹੁਣ ਅਸੀਂ ਵਿਅੰਜਨ ਧੁਨੀਆਂ ਦੀ ਗੱਲ ਕਰਦੇ ਹਾਂ। ਸਾਡੇ ਕੋਲ ਵਰਨਮਾਲਾ ਦੇ ਵਿੱਚ 3 ਸਵਰ ਵਾਹਕ ਹਨ, ਊੜਾ, ਐੜਾ ਤੇ ਈੜੀ। ਇਹਨਾਂ ਨੂੰ ਛੱਡ ਕੇ ਬਾਕੀ ਜੋ ਵਰਨ ਹਨ, ਯਾਨੀ ਕਿ ਸੱਸੇ ਤੋਂ ਲਾ ਕੇ ਤੇ ਲੱਲੇ ਪੈਰ ਬਿੰਦੀ ਤੱਕ, ਇਹ 38 ਵਿਅੰਜਨ ਹਨ। ਪੁਰਾਣੀ ਪੰਜਾਬੀ ਦੇ ਵਿੱਚ ਜਿਹੜੇ ਪੈਰ ਬਿੰਦੀ ਵਾਲੇ ਅੱਖਰ ਸੀ ਉਹ ਨਹੀਂ ਸਨ, ਤਾਂ ਉਹਨਾਂ ਨੂੰ ਛੱਡ ਕੇ 32 ਹੀ ਵਿਅੰਜਨ ਸਨ। ਤਾਂ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਕਿਹੜੇ ਵਿਅੰਜਨ ਦਾ ਉਚਾਰਨ ਕਿੱਥੋਂ ਹੁੰਦਾ ਹੈ। ਜਿਵੇਂ ਜਿਹੜੀ ਕੱਕੇ ਤੋਂ ਜਿਹੜੀ ਪੰਕਤੀ ਸ਼ੁਰੂ ਹੁੰਦੀ ਹੈ ਉਸ ਨੂੰ ਅਸੀਂ ਕੰਠ ਹੀ ਕਹਿੰਦੇ ਹਾਂ, ਉਹਦਾ ਉਚਾਰਨ ਸਾਡੇ ਕੰਠ ਚੋਂ, ਸਾਡੇ ਸੰਘ ਦੇ ਵਿੱਚੋਂ ਹੁੰਦਾ ਹੈ। ਕੱਕਾ, ਖੱਖਾ, ਗੱਗਾ, ਇਸ ਤਰੀਕੇ ਦੇ ਨਾਲ ਜਿਹੜੀਆਂ ਇਹ ਧੁਨੀਆਂ ਹਨ ਇਹਨਾਂ ਦਾ ਉਚਾਰਨ ਕੰਠ ਹੀ ਹੁੰਦਾ ਹੈ। ਜਿਹੜੀ ਅਗਲੀ ਪੰਕਤੀ ਹੈ ਉਹਦਾ ਉਚਾਰਨ ਹੈ ਜਿਹੜਾ ਉਹ ਤਾਲਵੀ ਹੈ, ਯਾਨੀ ਕਿ ਸਾਡੀ ਜਿਹੜੀ ਜੀਭ ਹੈ, ਚੱਚਾ, ਛੱਛਾ, ਜੱਜਾ, ਇਹਨਾਂ ਦੇ ਉਚਾਰਨ ਵੇਲੇ ਸਾਡੀ ਜੀਭ ਹੈ ਜਿਹੜੀ ਉਹ ਸਾਡੇ ਤਾਲਵੇ ਨੂੰ ਛੂੰਹਦੀ ਹੈ, ਉਹਨੂੰ ਸਪਰਸ਼ ਕਰਦੀ ਹੈ। ਉਲਟ ਜੀਵੀ ਟੈਂਕੇ ਵਾਲੀ ਪੰਕਤੀ ਆ ਜਾਂਦੀ ਹੈ ਉਹਦੇ ਵਿੱਚ। ਉਲਟ ਜੀਵੀ ਜਿਹੜੀਆਂ ਧੁਨੀਆਂ ਹੁੰਦੀਆਂ ਹਨ ਉਹਨਾਂ ਦੇ ਉਚਾਰਨ ਵੇਲੇ ਸਾਡੀ ਜੀਭ ਦਾ ਜਿਹੜਾ ਥੱਲੜਾ ਪਾਸਾ ਹੁੰਦਾ ਹੈ ਉਹ ਉਲਟ ਕੇ ਸਾਡੇ ਤਾਲਵੇ ਨੂੰ ਸਪਰਸ਼ ਕਰਦਾ ਹੈ, ਤਾਂ ਕਰਕੇ ਇਸ ਨੂੰ ਅਸੀਂ ਉਲਟ ਜੀਵੀ ਜਾਂ ਮੁਰਦਨੀ ਧੁਨੀਆਂ ਕਹਿੰਦੇ ਹਾਂ। ਟੈਂਕੇ ਵਾਲੀ ਲਾਈਨ ਤੋਂ ਇਲਾਵਾ
इस दे विच लल्ले पैर बिंदी ते जिहड़ा डाढ़ा अखर है वो भी इसे तरीके नाल उचारण हुंदा है, भाव जीव इन्हां नूं उचारण वेले उल्ट जाती है। दंती धुनियां तत्ते वाली पंक्ति आ जाती है उहदे विच ते नाल ही नाल सस्सा रारा ते लल्ला जुड़ जाते हैं। इन्हां दे उचारण वेले साडी जिहड़ी जीभ है वो दंदां नूं स्पर्श करती है। ये तुसीं एक एक करके इन्हां दा उचारण करके वेखोगे, जिवें कक्के वाली पंक्ति का उचारण करोगे तो उदों जिहड़ियां धुनियां है वो तुहाडे संघ चों तुहाडे कंठ चों निकलणगीਆਂ। इसे तरीके नाल चच्चे वाली पंक्ति का जदों तुसीं इस वर्ग का उचारण करोगे तो तुहाडी जिहड़ी जीभ है वो तालवे नूं स्पर्श करेगी। जिहड़ी टैंके वाली पंक्ति है उसका उचारण जदों तुसीं करोगे तो तुहाडी जीभ उल्ट के तुहाडे तालवे नूं स्पर्श करेगी। इसे प्रकार नाल तत्ते वाली जिहड़ी पंक्ति है, तत्ते वाला वर्ग है, उहदा उचारण करन वेले सोडी जीभ है जिहड़ी ओह दंदां नूं स्पर्श करेगी। इसे तरीके नाल होठी धुनियां हन पप्पा फप्फा बब्बा, इन्हां दे उचारण वेले तुहाडे जिहड़े होंठ है वो आपस में मिलते हैं। जिवें बोल के देखो पप्पा फप्फा, इस तरीके दे नाल होठ है जिहड़े ओह मिल के वक्खो वक्ख हो जाते हैं। एक धुनी वखरे प्रकार दी है हाहा, जिन्हों असी सुर यंत्री लिखिया होया है। जिवें तुसीं पंजाबी दे विच कई सारे लोग इहो जे देखे हैं बोलण वाले जिन्हां ने हिंदी दे राही पंजाबी सीखी है, वो ए ਅਤੇ ਉਹ शब्द जो लिखे ਹੁੰਦੇ ਹਨ ਉਹਨਾਂ ਨੂੰ ਈ ਹੈ ਤੇ ਊ ਹੈ ਪੜ੍ਹਦੇ ਹਨ। ਉਹਦਾ ਉਚਾਰਨ ਗਲਤ ਕਰਨ ਦਾ ਕਾਰਨ ਇਹੋ ਹੀ ਹੈ ਕਿ ਉਹ ਜਿਹੜਾ ਹਾਹਾ ਧੁਨੀ ਹੈ ਉਸ ਨੂੰ ਪੂਰਾ ਪੂਰਾ ਉਚਾਰ ਦਿੰਦੇ ਹਨ, ਜਦੋਂ ਕਿ ਪੰਜਾਬੀ ਉਚਾਰਨ ਦੇ ਵਿੱਚ ਹਾਹੇ ਦੇ ਥਾਂ ਤੇ ਸੁਰ ਦਾ ਉਚਾਰਨ ਹੁੰਦਾ ਹੈ, ਤਾਂ ਹੀ ਇਸ ਨੂੰ ਸੁਰ ਯੰਤਰੀ ਕਿਹਾ ਜਾਂਦਾ ਹੈ। यानी कि कहण तो भाव ये है कि पंजाबी जिहड़ा बुलारा है वो हाहे दा उचारण ना करके हाहे दे थां ते सुर दा उचारण करता है, तां करके पंजाबी बोलण वाला इस नूं ए अते ओ बोलदा है, जदों कि हिंदी पढ़न वाला इस नूं ई है ते ऊ है पढ़ेगा। यही कारण है कि जिहड़ा इस उचारण दे विच अंतर आ जांदा है। हुण असीं गल करदे हां कि कुछ स्वर ਤੇ व्यंजन ਧੁਨੀਆਂ ਇੱਕੋ ਹੀ ਵਰਨ ਦੇ ਰਾਹੀਂ ਉਚਾਰੀਆਂ ਜਾਂਦੀਆਂ ਹਨ। ਕਿਵੇਂ? ਇੱਕ ਤਾਂ ਧੁਨੀ ਹੈ ਉਹਦੇ ਵਿੱਚੋਂ ਵਾਵਾ, ਇੱਕ ਹੈ ਯਈਆ, ਇਸ ਦਾ ਉਚਾਰਨ व्यंजन ਦੇ ਤੌਰ ਤੇ ਵੀ ਕਰ ਲਿਆ ਜਾਂਦਾ ਹੈ ਤੇ ਕਈ ਵਾਰ ਇਸ ਦਾ ਉਚਾਰਨ ਸਵਰ ਦੇ ਤੌਰ ਤੇ ਵੀ ਕਰ ਲਿਆ ਜਾਂਦਾ ਹੈ। ਜਿਵੇਂ ਅਸੀਂ ਲਿਖਿਆ ਹੋਇਆ ਦੇਖ ਰਹੇ ਹਾਂ ਗਿਆਨੀ, ਇਸ ਤਰੀਕੇ ਨਾਲ ਯਈਏ ਨਾਲ ਵੀ ਲਿਖ ਲਿਆ ਗਿਆ, ਯਾਨੀ ਕਿ ਇੱਥੇ ਤਾਂ ਇਹ ਆਇਆ व्यंजन ਦੇ ਤੌਰ ਤੇ, ਇੱਥੇ ਇਸ ਦਾ ਉਚਾਰਨ ਹੈ ਜਿਹੜਾ ਉਹ व्यंजन ਦੇ ਤੌਰ ਤੇ ਹੈ, ਪਰ ਇੱਥੇ ਗਿਆਨੀ ਲਿਖਿਆ ਗਿਆ ਆੜੇ ਨਾਲ, ਇੱਥੇ ਇਹਦਾ ਉਚਾਰਨ ਹੈ ਜਿਹੜਾ ਉਹ ਸਵਰ ਦੇ ਤੌਰ ਤੇ ਹੋ ਰਿਹਾ ਹੈ। ਇਸੇ ਤਰੀਕੇ ਨਾਲ ਇੱਥੇ ਸੁਆਮੀ ਲਿਖਿਆ ਹੋਇਆ ਹੈ, ਇੱਥੇ ਇਹ व्यंजन ਦੇ ਤੌਰ ਤੇ ਉਚਾਰਨ ਹੋ ਰਿਹਾ ਹੈ ਇਸਦਾ, ਤੇ ਜਦੋਂ ਅਸੀਂ ਇਸ ਨੂੰ ਪੜ੍ਹਦੇ ਹਾਂ ਸੁਆਮੀ, ਉਦੋਂ ਇਸ ਦਾ ਉਚਾਰਨ ਹੋ ਰਿਹਾ ਹੈ ਸਵਰ ਦੇ ਤੌਰ ਤੇ। ਤਾਂ ਇਹ ਦੋ ਧੁਨੀਆਂ ਇਹੋ ਜਿਹੀਆਂ ਹਨ ਜਿਨ੍ਹਾਂ ਦਾ ਉਚਾਰਨ ਸਵਰ ਦੇ ਰੂਪ ਦੇ ਵਿੱਚ ਵੀ ਕਰ ਲਿਆ ਜਾਂਦਾ ਹੈ ਤੇ व्यंजन ਦੇ ਰੂਪ ਦੇ ਵਿੱਚ ਵੀ ਕਰ ਲਿਆ ਜਾਂਦਾ ਹੈ। ਤਾਂ ਅਸੀਂ ਇਹਨਾਂ ਨੂੰ ਨਾਮ ਦਿੱਤਾ ਹੈ ਅਰਧ ਸਵਰ ਦਾ, ਅਰਧ ਸਵਰ, ਯਾਨੀ ਕਿ ਇਹਨਾਂ ਦਾ ਉਚਾਰਨ व्यंजन ਦੇ ਰੂਪ ਦੇ ਵਿੱਚ ਵੀ ਹੁੰਦਾ ਹੈ ਤੇ ਨਾਲ ਹੀ ਨਾਲ ਇਹਨਾਂ ਦਾ ਉਚਾਰਨ ਸਵਰ ਦੇ ਰੂਪ ਦੇ ਵਿੱਚ ਵੀ ਹੁੰਦਾ ਹੈ। ਹੁਣ ਅਸੀਂ ਇਹਨਾਂ ਧੁਨੀਆਂ ਦਾ ਕਰਦੇ ਹਾਂ ਅਭਿਆਸ ਤੇ ਵੇਖਦੇ ਹਾਂ ਕਿ ਧੁਨੀਆਂ ਤੋਂ ਸੰਬੰਧਿਤ ਪ੍ਰਸ਼ਨ ਕਿਵੇਂ ਪੁੱਛੇ ਜਾਂਦੇ ਹਨ। ਤਾਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ, ਸਵਰ ਧੁਨੀ ਕਿਹੜੀ ਹੈ? ਸਾਡੇ ਕੋਲ 4 ਵਿਕਲਪ ਦਿੱਤੇ ਹੋਏ ਹਨ, ਕੱਕਾ, ਚੱਚਾ, ਫੱਫਾ ਤੇ ਊ। ਜਦੋਂ ਅਸੀਂ ਇਸ ਧੁਨੀ ਦਾ ਉਚਾਰਨ ਕੀਤਾ ਤਾਂ ਸਾਡੇ ਕਿਸੇ ਵੀ ਉਚਾਰਨ ਅੰਗ ਨੇ ਇਸ ਦੇ ਵਿੱਚ ਰੋਕ ਨਹੀਂ ਪਾਈ, ਤਾਂ ਜਦੋਂ ਸਾਡੇ ਉਚਾਰਨ ਅੰਗ ਰੋਕ ਨਹੀਂ ਪਾਉਂਦੇ ਤਾਂ ਉਹ ਹੁੰਦੀਆਂ ਹਨ ਸਵਰ ਧੁਨੀਆਂ। ਇਸੇ ਪ੍ਰਕਾਰ ਦੇ ਨਾਲ ਇਸ ਦਾ ਇੱਕ ਪ੍ਰਸ਼ਨ ਹੋਰ ਦਿੱਤਾ ਹੋਇਆ, व्यंजन ਧੁਨੀ ਕਿਹੜੀ ਹੈ? व्यंजन ਧੁਨੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ ਉਚਾਰਨ ਵੇਲੇ ਸਾਡੇ ਉਚਾਰਨ ਅੰਗ ਰੋਕ ਪਾਉਂਦੇ ਹਨ। ਐ, ਈ, ਓ, ਇਹਨਾਂ ਨੂੰ ਉਚਾਰਨ ਵੇਲੇ ਤਾਂ ਸਾਡੇ ਉਚਾਰਨ ਅੰਗਾਂ ਨੇ ਰੋਕ ਨਹੀਂ ਪਾਈ, ਪਰ ਜਦੋਂ ਅਸੀਂ ਬੋਲਾਂਗੇ ਰਾਰਾ ਤਾਂ ਉਦੋਂ ਸਾਡੇ ਉਚਾਰਨ ਅੰਗ ਰੋਕ ਪਾਉਣਗੇ, ਤਾਂ ਇਹ ਹੈ व्यंजन ਧੁਨੀ। ਕੰਠੀ ਧੁਨੀ ਹੈ ਜਿਸ ਦਾ ਉਚਾਰਨ ਕੰਠ ਦੇ ਵਿੱਚੋਂ ਹੁੰਦਾ ਹੈ, ਸੰਘ ਦੇ ਵਿੱਚੋਂ ਹੁੰਦਾ ਹੈ। ਤਾਂ ਅਸੀਂ ਇਸ ਨੂੰ ਇੱਕ ਚਾਰਟ ਦੇ ਰਾਹੀਂ ਸਮਝਿਆ ਸੀ, ਉਸ ਚਾਰਟ ਨੂੰ ਕਰਨਾ ਹੈ ਯਾਦ ਤੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੰਠੀ ਧੁਨੀ ਕਿਹੜੀ ਹੈ। ਉਸ ਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਕੱਕਾ ਜਿਹੜੀ ਧੁਨੀ ਹੈ ਕੈ, ਉਸ ਦਾ ਉਚਾਰਨ ਕੰਠ ਦੇ ਵਿੱਚੋਂ ਹੁੰਦਾ ਹੈ, ਇਹ ਹੈ ਕੰਠੀ ਧੁਨੀ। ਲਘੂ ਸਵਰ ਕਿਹੜਾ ਹੈ?
ਸਵਰਾਂ ਦੇ ਉਚਾਰਨ ਦੇ ਵਿੱਚ ਲੱਗਣ ਵਾਲੇ ਸਮੇਂ ਦੇ ਆਧਾਰ ਦੇ ਉੱਤੇ ਅਸੀਂ ਲਘੂ ਤੇ ਦੀਰਘ ਸਵਰ ਪੜ੍ਹੇ ਸਨ। ਓ, ਆ, ਇਹ ਤਾਂ ਹਨ ਦੀਰਘ ਸਵਰ, ਤੇ ਜਦੋਂ ਅਸੀਂ ਈ ਦਾ ਉਚਾਰਨ ਕਰਦੇ ਹਾਂ ਉਦੋਂ ਲੱਗਦਾ ਹੈ ਸਮਾਂ ਘੱਟ, ਤਾਂ ਇਹ ਧੁਨੀ ਹੈ ਜਿਹੜੀ ਉਹ ਲਘੂ ਸਵਰ ਧੁਨੀ ਹੈ। ਦੰਤੀ ਵਿਅੰਜਨ ਧੁਨੀ ਕਿਹੜੀ ਹੈ? ਜਿਸ ਦੇ ਉਚਾਰਨ ਵੇਲੇ ਸਾਡੀ ਜੀਭ ਹੈ ਜਿਹੜੀ ਉਹ ਦੰਦਾਂ ਨੂੰ ਸਪਰਸ਼ ਕਰਦੀ ਹੈ। ਤਾਂ ਤੱਤਾ ਜਿਹੜੀ ਧੁਨੀ ਹੁੰਦੀ ਹੈ ਉਸ ਦੇ ਉਚਾਰਨ ਵੇਲੇ ਸਾਡੀ ਜੀਭ ਦੰਦਾਂ ਨੂੰ ਸਪਰਸ਼ ਕਰਦੀ ਹੈ, ਇਹ ਦੰਤੀ ਵਿਅੰਜਨ ਧੁਨੀ ਹੈ। ਤਾਂ ਵਿਦਿਆਰਥੀਓ, ਤੁਸੀਂ ਧੁਨੀਆਂ ਦੇ ਬਾਰੇ ਜਾਣਕਾਰੀ ਲਈ ਆਪਣੀ ਕਿਤਾਬ ਦੇ ਵਿੱਚੋਂ ਤੁਸੀਂ ਧੁਨੀਆਂ ਦੇ ਬਾਰੇ ਹੋਰ ਪੜ੍ਹਨਾ ਹੈ, ਦੇਖਣਾ ਹੈ ਕਿ ਕਿਹੜੀ ਧੁਨੀ ਦਾ ਉਚਾਰਨ ਕਿੱਥੋਂ ਹੁੰਦਾ ਹੈ। ਅਗਲੇ ਵੀਡੀਓ ਦੇ ਵਿੱਚ ਆਪਾਂ ਕੋਈ ਨਵੇਂ ਬਿੰਦੂ ਨੂੰ ਲੈ ਕੇ ਪੜ੍ਹਾਂਗੇ। ਉਦੋਂ ਤੱਕ ਲਈ ਆਪ ਸਭ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ।